हेलो दोस्तों, ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਆਪਣੇ 9th ਦੇ ਸਭ ਤੋਂ ਇੰਪੋਰਟੈਂਟ ਟੌਪਿਕ ਚੱਕਰ ਸਰਕਲਸ ਬਾਰੇ ਗੱਲ ਕਰਨ ਜਾ ਰਹੇ ਹਾਂ। ਚੱਕਰ ਬਾਰੇ ਆਪਾਂ ਬੇਸਿਕ ਇਨਫੋਰਮੇਸ਼ਨ ਛੋਟੇ ਕਲਾਸਾਂ 'ਚ ਕਰ ਚੁੱਕੇ ਹਾਂ। ਆਹ ਕੇਂਦਰ ਹੈ, ਇਹ ਅਰਧ ਵਿਆਸ ਹੈ, ਆਹ ਜੀਵ ਹੈ, ਇਹ ਵਿਆਸ ਹੈ। ਆਪਾਂ ਇਸ ਬਾਰੇ ਗੱਲ ਕਰ ਚੁੱਕੇ ਹਾਂ। ਹੁਣ ਜਿਹੜੀ ਆਪਾਂ ਗੱਲ ਕਰਨੇ ਆ ਇਹਦੇ ਨਾਲ ਸੰਬੰਧਿਤ ਚੱਕਰ ਨਾਲ ਸੰਬੰਧਿਤ ਥਿਓਰਮਸ ਤੇ ਗੱਲ ਕਰਨੀ ਹੈ। ਬਿਲकुल जो स्टैंडर्ड रिजल्ट्स ने बिल्कुल नया कॉन्सैप्ट आप आज करन जा रहे हैं। अपने कोले काफ़ी रिजल्ट्स ने चक्कर दे नाल संबंधित। आप स्टार्ट करते हैं थ्योरम्स ने। तो सब तो पहली थ्योरम की है, देखो चक्कर दियां जो थ्योरम ते गल कर रहे हैं, चक्कर दियां बराबर जीवावां केंद्र ते बराबर कोण बनाउंदियां हन। ये इहदी पहली थ्योरम है, या तुसीं ये कह सकते हो पहला रिजल्ट है। तो देखो की दिता होया स्टेटमेंट बिल्कुल क्लियर कह रही है। एक चक्कर देता बराबर जीवावां, ਇਹਦਾ मतलब दो जीवावां ले लिया। मान लो केंद्र हो गया ओ, क्योंकि चक्कर है तो केंद्र होना ही होना है। एक जीवा होगी ए बी, एक जीवा होगी सी डी। केंद्र ते पहली जीवा ने केंद्र ते आ कौन बनाया, दूजी जीवा ने केंद्र ते आ कौन बनाया। कहते बराबर कौन बनांदियां हन। तो सब तो पहला आपां नूं की दिता है स्टेटमेंट, चक्कर एक चक्कर जिस दा केंद्र ओ है नंबर एक, बराबर जीवावां ने अते ए बी बराबर है सी डी। केंद्र ते बराबर कौन बनांदियां हन। सिद्ध की करना है कि जिहड़ा आ कौन है, कौन ए ओ बी किहदे बराबर है, कौन सी ओ डी। या तुसी नाम दे सकते हो, इत्थे एक दे लो, इत्थे दो दे लो, दैट इज द सेम थिंग। हल तो किवें हल करांगे, आपां इन्हां दोनां त्रिकोणां नूं सर्वंग सम सिद्ध कर दांगे ते अपने कोले ऑटोमैटिकली की आ जाना है, रिजल्ट आ जाना है। देखो त्रिकोण ए ओ बी अते त्रिकोण सी ओ डी विच आ इहदे बराबर है। क्यों बराबर ने, क्योंकि एक चक्कर दे अर्ध व्यास ने ते ओ की होणगे, बराबर होणगे, बराबर अर्ध व्यास। हुण आ भी इहदे बराबर है, क्योंकि ए भी की ने, बराबर अर्ध व्यास। नंबर 3 आ आपां नूं दे रखिया है, ए भी बराबर है सी डी, ये दिता होया है। ठीक, तो फिर ਇਹਦਾ मतलब की हो गया, ਜਿਹੜੀਆਂ ਤਿਕੋਣਾਂ ਨੇ ਉਹ ਕੀ ਹੋ ਗਈਆਂ, ਸਰਵੰਗ ਸਮ। ਕਿਹੜੇ ਸਿਧਾਂਤ ਨਾਲ, ਐਸ ਐਸ ਐਸ, ਭੁਜਾ ਭੁਜਾ ਭੁਜਾ। ਤੇ ਤਿਕੋਣਾਂ ਸਰਵੰਗ ਸਮ ਨੇ ਤਾਂ ਜਿਹੜੇ ਉਹਦੇ ਸੰਗਤ ਭਾਗ ਹੋਣਗੇ ਉਹ ਕੀ ਹੋਣਗੇ, ਬਰਾਬਰ। ਤਾਂ ਜਿਹੜੇ ਕੋਣ ਹੈ ਉਹ ਕੀ ਹੋਣਗੇ, ਬਰਾਬਰ। ਇਹ ਆਪਣਾ ਕੀ ਆ ਗਿਆ, ਰਿਜ਼ਲਟ ਆ ਗਿਆ। ਸੇਮ ਇਹਦਾ ਉਲਟ ਹੈ। देखो थ्योरम का उल्ट की कहता है, इत्थे की सी जीवावां बराबर ने तो कौन बराबर है। हुण आपां की करांगे गल, कौन बराबर ने तो जीवावां भी की होणगियां, बराबर होणगियां। देखो अगली थ्योरम है जो वो की कहती है, जेकर चक्कर दियां, जेकर चक्कर दियां जीवावां द्वारा केंद्र ते बनिया कोण या बने कोण बराबर होंदे हन। देखो इत्थे आपां नूं की मैंशन करता कि कोण बराबर ने, तां ओह जीवावां बराबर होणगियां। ये चक्कर देता की दिता है, देखो
ਇੱਕ ਚੱਕਰ ਜਿਸ ਦਾ ਕੇਂਦਰ O ਹੈ, ਇੱਕ ਚੱਕਰ ਜਿਸ ਦਾ ਕੇਂਦਰ O ਹੈ। ਤੇ ਇੱਕ ਹੋਰ ਕੀ ਦੇਤਾ, ਕਹਿੰਦੇ ਦੋ ਜੀਵਾਵਾਂ ਨੇ, ਕੋਈ ਵੀ ਲੈ ਲਓ AB ਅਤੇ CD, ਉਹ ਕੇਂਦਰ ਤੇ ਬਰਾਬਰ ਕੋਣ ਬਣਾਉਂਦੀਆਂ ਹਨ। ਇੱਕ ਦੇਤਾ ਕੋਣ AOB ਬਰਾਬਰ ਹੈ ਕੋਣ CO। ਉਲਟਾ ਹੋ ਗਿਆ ਬਿਲਕੁਲ ਕੁਐਸਚਨ। ਸਿੱਧ ਕੀ ਕਰਨਾ ਹੈ, ਜਿਹੜੀਆਂ ਉਹ ਜੀਵਾਵਾਂ ਨੇ ਉਹ ਕੀ ਨੇ, ਬਰਾਬਰ ਨੇ। ਤਾਂ ਹੱਲ ਬਿਲਕੁਲ ਸੇਮ ਚੀਜ਼ ਬਣ ਜੂ, ਸਿਰਫ ਆਹ ਸ਼ਰਤਾਂ ਉਲਟੀਆਂ ਹੋ ਜਾਣਗੀਆਂ। ਪਿਛਲੇ ਚ ਆ ਦਿੱਤਾ ਹੋਇਆ ਸੀ ਆ ਸਿੱਧ ਕਰਨਾ ਸੀ, ਇੱਥੇ ਆ ਦਿੱਤਾ ਹੋਇਆ ਸਿੱਧ ਕਰਨਾ ਹੈ। ਤਿਕੋਣ AOB ਅਤੇ ਤਿਕੋਣ COD ਵਿੱਚ ਕੋਣ AOB ਬਰਾਬਰ ਹੈ ਕੋਣ COD ਦੇ। ਪਹਿਲਾ ਰਿਜ਼ਲਟ। ਦੂਸਰਾ, ਆ ਇਹਦੇ ਬਰਾਬਰ, ਉਹ ਉਹਦੇ ਬਰਾਬਰ ਕਰ ਦੋ, ਕੋਈ ਗੱਲ ਨਹੀਂ, ਚਾਹੇ ਕਿਉਂਕਿ ਬਰਾਬਰ ਅਰਧ ਵਿਆਸ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਬਰਾਬਰ ਅਰਧ ਵਿਆਸ, OB ਬਰਾਬਰ ਹੈ OD ਕਰ ਦਾਂਗੇ ਫਿਰ ਆਪਾਂ। ਤਾਂ ਤਿਕੋਣਾ ਕੀ ਹੋ ਗਈਆਂ, ਸਰਵੰਗਸਮ। ਅਗਰ ਤਿਕੋਣਾ ਸਰਵੰਗਸਮ ਨੇ ਕਿਹੜੇ ਸਿਧਾਂਤ ਨਾਲ, SAS ਨਾਲ, ਤਾਂ ਜਿਹੜੀਆਂ ਉਹਦੇ ਸੰਗਤ ਭਾਗ ਹੋਣਗੇ, ਸੰਗਤ ਭੁਜਾਵਾਂ ਹੋਣਗੀਆਂ, ਉਹ ਕੀ ਹੋਣਗੀਆਂ, ਬਰਾਬਰ ਹੋਣਗੀਆਂ। ਤਾਂ ਦੇਖੋ ਇਹ ਹੋ ਗਿਆ ਆਪਣਾ ਥਿਓਰਮ। ਜੋ ਰਿਜ਼ਲਟਸ ਨੇ, ਦੋ ਰਿਜ਼ਲਟਸ ਤੇ ਆਪਾਂ ਗੱਲ ਕਰ ਚੁੱਕੇ ਹਾਂ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ, ਕੀ ਫਰਕ ਹੈ, ਇੱਥੇ ਜਿਹੜੀ ਆਪਾਂ ਗੱਲ ਕੀਤੀ ਹੈ ਇੱਕ ਚੱਕਰ ਦੀ ਗੱਲ ਕੀਤੀ ਹੈ ਨਾ। ਹੁਣ ਆਪਾਂ ਜਿਹੜੀ ਗੱਲ ਕਰਾਂਗੇ, ਆਪਾਂ ਦੋ ਚੱਕਰਾਂ ਦੀ ਗੱਲ ਕਰਾਂਗੇ। ਦੇਖੋ ਇਹ ਜਿਹੜੇ ਰਿਜ਼ਲਟ ਸੀ ਇਹ ਇੱਕ ਚੱਕਰ ਤੇ ਸੀ। ਹੁਣ ਜਿਹੜਾ ਅਗਲਾ ਰਿਜ਼ਲਟ ਕਹਿ ਲਓ, ਅਗਲੀ ਥਿਓਰਮ ਕਹਿ ਲਓ, ਅਗਲਾ ਕੁਐਸਚਨ ਕਹਿ ਲਓ, ਜਿਹੜੀ ਆਪਾਂ ਗੱਲ ਕਰਨੀ ਹੈ ਉਹ ਕੀ ਕਰਨੀ ਹੈ, ਦੇਖੋ ਸਿੱਧ ਕਰੋ ਦੋ ਸਰਵੰਗਸਮ ਚੱਕਰਾਂ ਦੀਆਂ ਬਰਾਬਰ ਜੀਵਾਵਾਂ ਉਹਨਾਂ ਦੇ ਕੇਂਦਰ ਤੇ ਬਰਾਬਰ ਕੋਣ ਬਣਾਉਂਦੀਆਂ ਹਨ। ਇਹ ਆਪਣੇ ਕੋਲੇ ਦੇਖੋ ਦੋ ਸਰਵੰਗਸਮ ਚੱਕਰ ਦੇਤੇ। ਸਭ ਤੋਂ ਪਹਿਲਾ ਕੁਐਸਚਨ, ਸਰਵੰਗਸਮ ਚੱਕਰ ਕਿਹੜੇ ਹੁੰਦੇ ਨੇ, ਇਹ ਬੜੀ ਇੰਪੋਰਟੈਂਟ ਗੱਲ ਹੈ। ਸਰਵੰਗਸਮ ਚੱਕਰ, ਕੋਂਗਰੂਐਂਟ ਸਰਕਲਸ, ਜਿਨ੍ਹਾਂ ਦੇ ਜਿਹੜੇ ਅਰਧ ਵਿਆਸ ਨੇ ਉਹ ਕੀ ਹੁੰਦੇ ਨੇ, ਬਰਾਬਰ ਹੁੰਦੇ ਨੇ। ਉਹ ਕਿਹੜੇ ਚੱਕਰ ਹੁੰਦੇ ਨੇ, ਸਰਵੰਗਸਮ। ਤਾਂ ਜਦੋਂ ਸਰਵੰਗਸਮ ਚੱਕਰ ਦੇਤੇ ਤਾਂ ਪਹਿਲੀ ਸ਼ਰਤ ਕੀ ਹੋਗੀ, ਇਹਨਾਂ ਦਾ ਅਰਧ ਵਿਆਸ ਕੀ ਹੈ, ਬਰਾਬਰ ਹੈ। ਆਪਾਂ ਦੋ ਚੱਕਰ ਲੈ ਲਏ, ਇੱਕ ਦਾ ਕੇਂਦਰ O ਹੈ, ਇੱਕ ਦਾ ਕੇਂਦਰ O ਡੈਸ਼ ਲੈ ਲਓ, ਤੁਸੀਂ ਨਾਮ ਕੋਈ ਵੀ ਦੇ ਸਕਦੇ ਹੋ। ਦਿੱਤਾ ਹੈ ਦੋ ਚੱਕਰ ਜਿਨ੍ਹਾਂ ਦੇ ਕੇਂਦਰ O ਅਤੇ O ਡੈਸ਼ ਹਨ। ਪਹਿਲੀ ਗੱਲ, ਜੀਵਾਵਾਂ ਬਰਾਬਰ ਹੈ, ਦੋ ਜੀਵਾਵਾਂ ਨੇ AB, ਦੋਹਾਂ ਦੀ ਇੱਕ ਜੀਵਾ, ਤੇ ਉਹ ਆਪਸ ਕੀ ਹੈ, ਬਰਾਬਰ ਹੈ। ਇਹ ਆਪਾਂ ਨੂੰ ਦੇਤਾ। ਸਿੱਧ ਕੀ ਕਰਨਾ ਹੈ, ਇਹ ਕੇਂਦਰ ਤੇ ਬਰਾਬਰ ਕੋਣ ਬਣਾਉਂਦੀਆਂ ਨੇ। ਮਤਲਬ ਕੋਣ AOB ਬਰਾਬਰ CO ਡੈਸ਼ D। ਕਨਸੈਪਟ ਸੇਮ ਹੈ, ਫਰਕ ਹੀ ਪੈ ਗਿਆ। ਉਹ ਕਨਸੈਪਟ ਇੱਕ ਚੱਕਰ ਦੇ ਨਾਲ ਸੰਬੰਧਿਤ ਸੀ, ਇੱਕ ਚੱਕਰ ਦੇ ਵਿੱਚ ਦੋ ਬਰਾਬਰ ਜੀਵਾਵਾਂ ਸੀ। ਇੱਥੇ ਕੀ ਹੈ, ਦੋ ਬਰਾਬਰ ਚੱਕਰ ਕਹਿ ਲਓ ਜਾਂ ਸਰਵੰਗਸਮ ਚੱਕਰ ਕਹਿ ਲਓ, ਉਹਦੀਆਂ ਜੀਵਾਵਾਂ ਬਰਾਬਰ ਨੇ। ਤਾਂ ਆਪਾਂ ਨੂੰ ਆ ਬਰਾਬਰ ਦਿੱਤਾ ਹੋਇਆ। ਹੱਲ ਕੀ ਆ ਗਿਆ, ਹੱਲ ਤਿਕੋਣ AOB, ਪਹਿਲੇ ਤਿਕੋਣ, ਅਤੇ ਤਿਕੋਣ CO ਡੈਸ਼ D ਵਿੱਚ। ਕਿਉਂਕਿ ਜਦੋਂ ਚੱਕਰ ਸਰਵੰਗਸਮ ਨੇ, ਦੇਖੋ ਇੱਥੇ ਆਪਾਂ ਲਿਖ ਸਕਦੇ ਹਾਂ ਸਰਵੰਗਸਮ ਚੱਕਰ,
ਤਾਂ ਰਿਜ਼ਲਟ ਆਟੋਮੈਟਿਕਲੀ ਜਿਹੜੀ ਮੈਂ ਗੱਲ ਕੀਤੀ ਸੀ ਬਰਾਬਰ ਅਰਧ ਵਿਆਸ ਹੋ ਗਏ। ਆ ਇਹਦੇ ਬਰਾਬਰ ਵੀ ਆ, ਉਹਦੇ ਬਰਾਬਰ ਵੀ ਹੈ, ਡਿਪੈਂਡ ਕਰਦੇ ਆਪਾਂ ਆਰਡਰ ਕਿਵੇਂ ਲਿਖਦੇ ਆ। ਆ ਇਹਦੇ ਬਰਾਬਰ ਆ ਗਿਆ, ਇਹ ਆਲਰੇਡੀ ਬਰਾਬਰ ਆਪਾਂ ਨੂੰ ਦੇ ਰੱਖਿਆ। OA ਬਰਾਬਰ ਹੈ O' OB ਬਰਾਬਰ O' ਕਿਉਂਕਿ ਸਰਵੰਗ ਸਮ ਚੱਕਰ ਨੇ। ਤਾਂ ਅਰਧ ਵਿਆਸ ਕੀ ਹੋ ਗਿਆ ਬਰਾਬਰ AB ਬਰਾਬਰ ਹੈ CD। ਇਸ ਲਈ त्रिकोण AOB ਸਰਵੰਗ ਸਮ ਹੈ CO'। ਸਿਧਾਂਤ ਕਿਹੜਾ ਹੋ ਗਿਆ SSS। ਜੇ ਆ ਸਰਵੰਗ ਸਮ ਨੇ ਤਾਂ ਜਿਹੜਾ ਸੰਗਤ ਭਾਗ ਹੈ ਕੋਣ AOB ਬਰਾਬਰ CO'। ਆਪਣਾ ਕੀ ਆ ਗਿਆ ਰਿਜ਼ਲਟ ਆ ਗਿਆ। ਦੇਖੋ ਕੁਐਸਚਨ ਸੇਮ ਹੈ, ਫਰਕ ਕੀ ਪੈ ਗਿਆ। ਪਹਿਲਾਂ ਆਪਾਂ ਇੱਕ ਚੱਕਰ ਤੇ ਦੋ ਬਰਾਬਰ ਜੀਵਾਵਾਂ ਦੀ ਗੱਲ ਕੀਤੀ ਸੀ, ਹੁਣ ਆਪਾਂ ਦੋ ਬਰਾਬਰ ਚੱਕਰ ਤੇ ਦੋ ਬਰਾਬਰ ਜੀਵਾਵਾਂ ਦੀ ਗੱਲ ਕਰ ਰਹੇ ਹਾਂ। ਇਸੇ ਤਰ੍ਹਾਂ ਨਾਲ ਇਹਦਾ ਉਲਟਾ ਹੋ ਜੂ, ਜਿਵੇਂ ਆਪਾਂ ਉੱਥੇ ਕੀਤਾ ਸੀ। ਕੀ ਸੀ, ਅਗਰ ਦੋ ਸਰਵੰਗਸਮ ਚੱਕਰ ਦੀਆਂ ਜੀਵਾਵਾਂ ਕੇਂਦਰ ਤੇ ਬਰਾਬਰ ਕੋਣ ਬਣਾਉਂਦੀਆਂ ਹਨ ਤਾਂ ਸਿੱਧ ਕਰੋ ਜੀਵਾਵਾਂ ਕੀ ਨੇ ਬਰਾਬਰ ਨੇ। ਬਿਲਕੁਲ ਸੇਮ ਕੁਐਸਚਨ ਬਣ ਜੋ, ਆ ਦੋ ਸ਼ਰਤਾਂ ਬਦਲ ਜਾਣਗੀਆਂ। ਆਪਾਂ ਉਸ ਕੁਐਸਚਨ ਤੇ ਗੱਲ ਕਰਦੇ ਹਾਂ। ਕੀ ਕਹਿ ਰਿਹਾ ਦੇਖੋ ਕੁਐਸਚਨ ਆਪਣਾ, ਸਿੱਧ ਕਰੋ ਸਰਵੰਗਸਮ ਚੱਕਰ ਦੀਆਂ ਜੀਵਾਵਾਂ ਜੇ ਸਰਵੰਗਸਮ ਚੱਕਰ ਦੀਆਂ ਜੀਵਾਵਾਂ ਕੇਂਦਰ ਤੇ ਬਰਾਬਰ ਕੋਣ ਬਣਾਉਂਦੀਆਂ ਹਨ ਤਾਂ ਜੀਵਾਵਾਂ ਬਰਾਬਰ ਹੁੰਦੀਆਂ ਹਨ। ਦੋ ਚੱਕਰ ਆਪਾਂ ਨੂੰ ਦਿੱਤੇ ਹੋਏ ਨੇ, ਇੱਕ ਦਾ ਕੇਂਦਰ O' ਹੈ, ਇੱਕ ਦਾ ਕੇਂਦਰ O ਹੈ। ਦੋ ਜੀਵਾਵਾਂ ਨੇ, ਮੰਨ ਲਓ ਨਾਮ ਦਿੱਤਾ ਆਪਾਂ AB ਤੇ CD। ਆਪਾਂ ਨੂੰ ਕੀ ਦਿੱਤਾ ਹੋਇਆ ਹੈ ਕਿ ਉਹ ਕੇਂਦਰ ਤੇ, ਦੇਖੋ ਬਿਲਕੁਲ ਸਟੇਟਮੈਂਟ ਦੱਸ ਰਹੀ ਹੈ, ਬਰਾਬਰ ਕੋਣ ਬਣਾਉਂਦੀਆਂ ਹਨ। ਆ ਬਰਾਬਰ ਹੈ, ਕੀ ਦਿੱਤਾ ਹੈ, ਦੋ ਚੱਕਰ ਜਿਨ੍ਹਾਂ ਦੇ ਦੋ ਸਰਵੰਗਸਮ ਚੱਕਰ ਜਿਨ੍ਹਾਂ ਦੇ ਕੇਂਦਰ O ਅਤੇ O' ਹਨ, ਨੰਬਰ 1। ਦੂਸਰਾ ਆਪਾਂ ਨੂੰ ਦਿੱਤਾ ਜੋ ਕੇਂਦਰ ਹੈ ਉਸ ਤੇ ਇਹ ਬਰਾਬਰ ਕੋਣ ਬਣਾਉਂਦੀਆਂ ਹਨ। ਸਿੱਧ ਕੀ ਕਰਨਾ ਹੈ ਆਪਾਂ ਕਿ ਜੀਵਾਵਾਂ ਕੀ ਨੇ ਬਰਾਬਰ ਨੇ। ਹੱਲ, त्रिकोण AOB ਅਤੇ त्रिकोण CO' ਵਿੱਚ ਆ ਇਹਦੇ ਬਰਾਬਰ ਹੋ ਗਿਆ। ਅਰਧ ਵਿਆਸ ਬਰਾਬਰ ਨੇ। ਅਰਧ ਵਿਆਸ ਕਿਉਂ ਬਰਾਬਰ ਨੇ, ਕਿਉਂਕਿ ਚੱਕਰ ਕੀ ਨੇ ਸਰਵੰਗਸਮ ਨੇ, ਤੇ ਸਰਵੰਗਸਮ ਚੱਕਰ ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਅਰਧ ਵਿਆਸ ਕੀ ਹੁੰਦੇ ਨੇ ਬਰਾਬਰ। OA ਬਰਾਬਰ O' OB ਬਰਾਬਰ O' ਕਾਰਨ ਸਰਵੰਗਸਮ ਚੱਕਰਾਂ ਕਰਕੇ ਅਰਧ ਵਿਆਸ ਕੀ ਹੋ ਗਏ ਬਰਾਬਰ ਹੋ ਗਏ। ਤੀਜੀ ਸ਼ਰਤ ਜਿਹੜੀ ਆਪਾਂ ਨੂੰ ਦਿੱਤੀ ਹੋਈ ਹੈ, ਕੋਣ AOB ਬਰਾਬਰ ਹੈ CO'। ਤਾਂ ਇਸ ਲਈ ਤਿਕੋਣਾ ਕੀ ਹੋ ਗਈਆਂ ਸਰਵੰਗਸਮ। ਸਿਧਾਂਤ ਕਿਹੜਾ ਲੱਗ ਗਿਆ, ਭੁਜਾਵਾਂ ਦੇ ਵਿਚਕਾਰ ਕੋਣ ਹੈ SAS। ਤਾਂ ਜਦੋਂ ਤਿਕੋਣਾ ਸਰਵੰਗਸਮ ਹੋ ਗਈਆਂ, ਜਿਹੜੇ ਉਹਦੇ ਸੰਗਤ ਭਾਗ ਹੋਣਗੇ CPCT ਉਹ ਕੀ ਹੋਣਗੇ ਆਪਸ ਦੇ ਵਿੱਚ ਬਰਾਬਰ ਹੋਣਗੇ। ਤਾਂ ਇਹ ਤਾਂ ਸੀ ਦੋਸਤੋ ਆਪਣੀਆਂ 4 ਥਿਓਰਮ। ਬੇਸਿਕਲੀ 2 ਥਿਓਰਮਸ ਨੇ, 2 ਉਹਨਾਂ ਦੇ ਉਲਟ ਨੇ। ਫਰਕ ਕੀ ਪੈ ਗਿਆ, ਪਹਿਲੀਆਂ ਦੋਨੇ ਦੇ ਵਿੱਚ ਥਿਓਰਮਾਂ ਦੇ ਵਿੱਚ ਆਪਾਂ ਇੱਕ ਚੱਕਰ ਤੇ ਦੋ ਬਰਾਬਰ ਜੀਵਾਵਾਂ ਦੀ ਗੱਲ ਕੀਤੀ ਸੀ। ਅਗਲੀਆਂ ਜੋ 2 ਥਿਓਰਮਾਂ ਨੇ ਜਾਂ ਤੀਸਰੀ ਚੌਥੀ ਥਿਓਰਮਾਂ ਉਹਦੇ ਵਿੱਚ ਆਪਾਂ 2 ਸਰਵੰਗਸਮ ਚੱਕਰਾਂ ਤੇ ਗੱਲ ਕੀਤੀ ਸੀ। ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ, ਜੋ ਇੰਪੋਰਟੈਂਟ ਗੱਲ ਕਰਦੇ ਹਾਂ ਆਪਾਂ, ਇਹਦੀ ਬੜੀ ਇੰਪੋਰਟੈਂਟ ਥਿਓਰਮ ਕੀ ਹੈ, ਇੱਕ ਚੱਕਰ ਦੇ ਕੇਂਦਰ ਤੋਂ
ਇੱਕ ਜੀਵਾ ਤੇ ਲੰਬ ਜੀਵਾ ਨੂੰ ਸਮਦੁਭਾਜਿਤ करता है। ये अपनी थ्योरम है। देखो थ्योरम की कह रही है, एक चक्कर बिल्कुल दा केंद्र ओ तो एक जीवा आप जीवा ले ली ते लंब ਇਹਦੇ ਉੱਤੇ एक लंब आ गया। सही है। ਤੇ ਕੀ ਦਿੱਤਾ ਹੈ ਆਪਾਂ ਨੂੰ? ਇੱਕ ਚੱਕਰ ਜਿਸ ਦਾ ਕੇਂਦਰ ਉਹ ਹੈ। ਪਹਿਲੀ ਗੱਲ ਇਹ ਦਿੱਤਾ ਹੈ ਜੀਵਾ ਤੇ ਲੰਬ ਹੈ ਅਤੇ OL ਲੰਬ AB ਹੈ। ਪਹਿਲਾ ਕੰਮ, ਜੀਵਾ ਨੂੰ ਸਮਦੁਭਾਜਿਤ, ਸਮ ਬਰਾਬਰ ਦੋ ਭਾਜਿਤ ਭਾਗਾਂ ਵਿੱਚ। ਤਾਂ ਫਿਰ ਪੂਰੀ ਲਾਈਨ ਦਾ ਮਤਲਬ ਫਿਰ ਕੀ ਹੋ ਗਿਆ? ਦੇਖੋ ਇੱਕ ਚੱਕਰ ਦੇ ਕੇਂਦਰ ਤੋਂ ਜੀਵਾ ਤੇ ਲੰਬ ਜੀਵਾ ਨੂੰ ਦੋ ਬਰਾਬਰ ਭਾਗਾਂ 'ਚ ਵੰਡਦਾ ਹੈ। ਆ ਕਿਹਦੇ ਬਰਾਬਰ ਆ ਗਿਆ? ਇਹ ਆਪਾਂ ਸਿੱਧ ਕਰਨਾ, ਇਹ ਰਿਜ਼ਲਟ ਹੈ ਆਪਣਾ। AL ਬਰਾਬਰ ਹੈ LB। ਤਾਂ ਫਿਰ ਕੀ ਕਰਾਂਗੇ? ਇੱਕ ਰਚਨਾ ਕਰਾਂਗੇ। ਰਚਨਾ ਜਿਹੜੀ ਕਰਨੀ ਆ ਹਮੇਸ਼ਾ ਡਾਟਡ ਲਾਈਨ ਦਾਣੇਦਾਰ ਰੇਖਾ 'ਚ ਕਰਨੀ ਹੈ। ਇਹ ਗੱਲ ਯਾਦ ਰੱਖਣੀ ਹੈ। ਰਚਨਾ ਕੀ ਕੀਤਾ? OA ਅਤੇ OB ਨੂੰ ਮਿਲਾਇਆ। ਹਲ, ਇੱਕ ਤਿਕੋਣ ਇਧਰਲੀ ਸਾਈਡ ਹੋ ਗਈ, ਇੱਕ ਤਿਕੋਣ ਉਧਰਲੀ ਸਾਈਡ ਹੋ ਗਈ। OAL ਅਤੇ OBL ਵਿੱਚ ਕੀ ਕਰੀਏ? ਦੇਖੋ ਆ ਇਹਦੇ ਬਰਾਬਰ ਆ ਗਿਆ। ਕਿਉਂ? ਅਰਧ ਵਿਆਸ ਨੇ ਤੇ ਅਰਧ ਵਿਆਸ ਕੀ ਹੁੰਦੇ ਨੇ? ਬਰਾਬਰ। ਪਹਿਲੀ ਸ਼ਰਤ। ਆ ਸਾਂਝਾ ਆ ਗਿਆ, ਇਹ ਸਾਂਝਾ ਆ ਗਿਆ, ਹੈ ਨਾ। ਦੂਜੀ ਸ਼ਰਤ। ਤੀਸਰੀ, ਲੰਬ ਦਾ ਮਤਲਬ ਕੀ ਹੋਗਾ? 90 ਡਿਗਰੀ ਦਾ ਕੋਣ। ਕੋਈ ਵੀ ਨਾਮ ਦੇ ਲਓ, ਪੂਰਾ ਨਾਮ ਲਿਖ ਲਓ, OLA OLB ਤੁਹਾਡੇ ਤੇ ਹੈ 90 ਡਿਗਰੀ। ਤਾਂ ਤਿਕੋਣਾ ਕੀ ਹੋ ਗਈਆਂ? ਸਰਵੰਗ ਸਮ। ਸਿਧਾਂਤ ਕਿਹੜਾ ਹੋ ਦੱਸੋ ਜੀ? RHS, ਰਾਈਟ ਐਂਗਲ ਹਾਈਪੋਟੇਨਿਊਜ਼ ਸਾਈਡ, ਸਮਕੋਣ ਕਰਨ ਤੇ ਪੂਜਾ। ਤਾਂ ਜਦੋਂ ਤਿਕੋਣਾ ਸਰਵੰਗ ਸਮ ਹੋ ਗਈਆਂ ਤਾਂ ਸੰਗਤ ਹਿੱਸੇ ਕੀ ਹੋਣਗੇ? ਬਰਾਬਰ। ਇਸ ਲਈ AL ਬਰਾਬਰ ਹੈ BL ਕਹਿ ਲਓ ਜਾਂ LB ਕਹਿ ਲਓ, ਜੋ ਤੁਹਾਨੂੰ ਠੀਕ ਲੱਗਦਾ ਹੈ। ਤਾਂ ਇਹ ਬਹੁਤ ਇੰਪੋਰਟੈਂਟ ਰਿਜ਼ਲਟ ਹੈ। ਕੀ ਰਿਜ਼ਲਟ ਹੈ? ਚੱਕਰ ਦੇ ਕੇਂਦਰ ਤੋਂ ਜੀਵਾ ਤੇ ਲੰਬ ਜੀਵਾ ਨੂੰ ਦੋ ਬਰਾਬਰ ਭਾਗਾਂ ਵਿੱਚ ਕੀ ਕਰਦਾ ਹੈ? ਵੰਡਦਾ ਹੈ। ਇੱਕ ਦੋ ਕੁਐਸਚਨ ਕਰਦੇ ਹਾਂ ਇਸ ਦੇ ਨਾਲ ਦੇ, ਤਾਂ ਕਿ ਕਲੀਅਰ ਹੋ ਜੇ ਇਸ ਥਿਓਰਮ ਨੂੰ, ਇਸ ਰਿਜ਼ਲਟ ਨੂੰ ਆਪਾਂ ਕਿਵੇਂ ਵਰਤਣਾ ਹੈ। ਮੈਂ ਇੱਕ ਦੋ ਐਗਜ਼ਾਮਪਲਸ ਕਰਵਾ ਰਿਹਾ। ਕੁਐਸਚਨ ਹੈ 5 ਸੈਂਟੀਮੀਟਰ ਅਰਧ ਵਿਆਸ ਦੇ ਚੱਕਰ ਦੀ, ਦੇਖੋ ਆਪਾਂ ਨੂੰ ਮੈਂਸ਼ਨ ਕਰਤਾ 5 ਸੈਂਟੀਮੀਟਰ ਅਰਧ ਵਿਆਸ ਦੇ ਚੱਕਰ ਦੀ ਇੱਕ ਜੀਵਾ ਦੀ ਲੰਬਾਈ 8 ਸੈਂਟੀਮੀਟਰ ਹੈ। ਚੱਕਰ ਦੇ ਕੇਂਦਰ ਤੋਂ ਜੀਵਾ ਦੀ ਦੂਰੀ ਪਤਾ ਕਰੋ। ਇਹ ਕੁਐਸਚਨ ਆ ਗਿਆ ਉਸ ਥਿਓਰਮ ਤੇ ਰਿਜ਼ਲਟ ਦੇ ਬੇਸ ਤੇ। ਚੱਕਰ ਆਪਾਂ ਨੂੰ ਦੇਤਾ, ਕੇਂਦਰ ਹੈ, ਕਹਿੰਦੇ ਅਰਧ ਵਿਆਸ 5 ਸੈਂਟੀਮੀਟਰ, ਜੀਵਾ 8 ਸੈਂਟੀਮੀਟਰ, ਨਾਮ ਦੇਤਾ OAB। ਦੂਰੀ ਪਤਾ ਕਰਨੀ ਹੈ ਕੇਂਦਰ ਤੋਂ। ਜਦੋਂ ਦੂਰੀ ਦੀ ਗੱਲ ਆ ਜਾਂਦੀ ਉਹ ਲੰਬ ਹੁੰਦੀ ਹੈ, ਇਹ L ਆ ਗਿਆ। ਪੂਰਾ 8 ਹੈ, ਲੰਬ ਕੀ ਕਰਦਾ ਉਹਨੂੰ ਦੋ ਹਿੱਸਿਆਂ 'ਚ ਵੰਡਦਾ, ਤਾਂ ਕਿੰਨਾ ਰਹਿ ਗਿਆ? 4 ਰਹਿ ਗਿਆ। ਹੁਣ ਜਿਹੜੀ ਆ ਤਿਕੋਣ ਬਣ ਗਈ, ਕਿਹੜੀ ਬਣ ਗਈ? ਦੇਖੋ ਧਿਆਨ ਨਾਲ, ਸਮਕੋਣੀ ਤਿਕੋਣ।
त्रिकोण OAL ਵਿੱਚ ਤੇ ਸਮਕੋਣੀ त्रिकोण 'ਚ ਕੀ ਰਿਜ਼ਲਟ ਆਪਾਂ ਵਰਤਦੇ ਹੁੰਦੇ ਸੀ ਯਾਦ ਕਰੋ ਪਾਇਥਾਗੋਰਸ ਥਿਓਰਮ ਕੀ ਸੀ ਪਾਇਥਾਗੋਰਸ ਥਿਓਰਮ ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2 90 ਦੇ ਸਾਹਮਣੇ ਕਰਨ ਲੰਬ ਹੋ ਗਈ ਦੂਰੀ OL ਆਪਾਂ ਨੂੰ ਨਹੀਂ ਪਤਾ ਆਧਾਰ ਹੋ ਗਿਆ 4 5 ਦੀ ਘਾਤ 2 5 5 25 ਇਸ ਬਾਰੇ ਨਹੀਂ ਪਤਾ 4 ਦੀ ਘਾਤ 2 ਚੌਕਮ ਚੌਕੀ 16 16 ਇੱਧਰ ਆ ਕੇ ਕਾਹਦਾ ਹੋ ਗਿਆ ਮਾਈਨਸ ਦਾ 25 ਚੋਂ 16 ਘਟਾਏ 9 9 ਕਿਹਦੀ ਘਾਤ 2 ਹੈ 3 ਦੀ 2 ਘਾਤ ਘਟ ਗਈ ਤਾਂ OL ਕਿਹਦੇ ਬਰਾਬਰ ਆ ਗਿਆ 3 ਸੈਂਟੀਮੀਟਰ ਤਾਂ ਇਹਦਾ ਮਤਲਬ ਚੱਕਰ ਦੇ ਕੇਂਦਰ ਤੋਂ ਜੀਵਾ ਦੀ ਜਿਹੜੀ ਦੂਰੀ ਹੈ ਉਹ ਕਿੰਨੀ ਹੈ 3 ਸੈਂਟੀਮੀਟਰ ਇੱਕ ਕੁਐਸਚਨ ਹੋਰ ਲੈ ਕੇ ਚੱਲਦੇ ਹਾਂ ਆਪਾਂ ਇਹਦੇ ਨਾਲ ਦਾ ਇੱਕ ਹੋਰ ਲੈ ਕੇ ਚੱਲਦੇ ਹਾਂ ਤਾਂ ਕਿ ਕੁਐਸਚਨ ਥੋੜਾ ਜਿਹਾ ਹੋਰ ਕਲੀਅਰ ਹੋ ਜਾਏ ਆਪਾਂ ਨੂੰ ਕੁਐਸਚਨ ਹੈ 10 ਸੈਂਟੀਮੀਟਰ ਅਰਧਵਿਆਸ ਵਾਲੇ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਦੀ दूरी 6 सेंटीमीटर है तो उस जीवा की लंबाई पता करो। देखो चक्कर देता कहने अर्धव्यास है 10 सेंटीमीटर चक्कर दे केंद्र तो एक जीवा बनाती मान लो आ बनाती ओदी दूरी होगी 6 सेंटीमीटर ਆਪਾਂ ਨੂੰ ਇਹ ਦਿੱਤੀ ਹੋਈ ਹੈ ਨਾ ਮੰਨ ਲਓ L ਬਿੰਦੂ ਤੇ ਗਿਆ ਤੇ ਜਦੋਂ ਕੇਂਦਰ ਤੋਂ ਦੂਰੀ ਦੀ ਗੱਲ ਕਰਦੇ ਆਪਾਂ ਹਮੇਸ਼ਾ ਲੰਬ ਲੈ ਕੇ ਚੱਲਦੇ ਹਾਂ ਕਹਿੰਦੇ ਆ ਪਤਾ ਕਰਨਾ ਹੈ ਜੀਵਾ ਦੀ ਲੰਬਾਈ ਪਤਾ ਕਰਨੀ ਹੈ ਠੀਕ ਤਾਂ ਹੁਣ ਆ ਤਿਕੋਣ ਦਿੱਤੀ ਹੋਈ ਹੈ ਇਸ ਤਿਕੋਣ ਦੇ ਵਿੱਚ ਆਪਾਂ ਨੂੰ ਸਿਰਫ ਇਹਦਾ ਪਤਾ ਹੈ AL ਦਾ ਤੇ ਜੇ ਆਪਾਂ ਨੂੰ AL ਪਤਾ ਲੱਗ ਗਈ ਤੇ ਉਹ ਆਪਾਂ ਨੂੰ AB ਆਰਾਮ ਨਾਲ ਪਤਾ ਲੱਗ ਜੂ ਕਿਵੇਂ ਆਪਾਂ ਉਸ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਤਿਕੋਣ OA L ਵਿੱਚ ਸਮਕੋਣੀ ਤਿਕੋਣ ਹੈ ਪਾਇਥਾਗੋਰਸ ਦਾ ਰਿਜ਼ਲਟ ਹੋ ਗਿਆ ਆਲਰੇਡੀ ਤੁਸੀਂ ਛੋਟੇ ਕਲਾਸਾਂ ਤੋਂ ਕਰਦੇ ਆ ਰਹੇ ਹੋ ਪਾਇਥਾਗੋਰਸ ਥਿਓਰਮ ਅਨੁਸਾਰ ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2 ਕਰਨ 90 ਦੇ ਸਾਹਮਣੇ 10 ਲੰਬ ਹੋ ਗਿਆ 6 ਆਧਾਰ ਆਪਾਂ ਨੂੰ ਨਹੀਂ ਪਤਾ AL 10 ਦੀ ਘਾਤ 2 ਦਾ ਹੋਦਾ ਹੀ 100 ਛਿਕਮ ਛਿਕੀ 36 ਇਹ ਉਮੇ ਦਾ ਉਮੇ 36 ਦੂਜੇ ਪਾਸੇ ਆ ਗਿਆ ਘਟਾ ਦਾ ਹੋ ਗਿਆ 100 ਚੋਂ 36 ਘਟਾਏ 64 2 ਘਾਤ ਹੈ 64 ਕੀ ਦੀ ਘਾਤ 2 ਹੈ ਕਿਹੜੀ ਸੰਖਿਆ ਦੀ 2 ਬਾਰ ਗੁਣਾ ਕਰਕੇ 64 ਆਉਂਦਾ 8 ਦੀ 2 ਨਾਲ 2 ਕੱਟ ਗਿਆ ਤਾਂ AL ਹੋ ਗਿਆ 8 ਸੈਂਟੀਮੀਟਰ ਪਹਿਲੀ ਗੱਲ ਹੁਣ ਅਗਰ ਇਹ 8 ਹੈ ਆ ਵੀ ਕਿੰਨਾ ਹੋ 8 क्योंकि उन्होंने 2 हिस्सों में बनता है तो फिर ए भी कितना हो गया या तो दुगना AL कह लो इको गल है या 8 + 8 16 लिख दो और जिमें ठीक लगता तुम लिख सकते हो तो यह सी जी अपनी वो थ्योरम है ਉਹਦੇ अकॉर्डिंग रिजल्ट कि ਉਹਨੂੰ ਆਪਾਂ किस अकॉर्डिंग यूज करना है ਹੁਣ ਆਪਾਂ क्वेश्चन ਤੇ ਚੱਲਦੇ ਹਾਂ अगले ਤੇ ਇਹ ਤਾਂ ਸੀ ਰਿਜ਼ਲਟ ਨੂੰ ਕਿਵੇਂ यूज करना है एक क्वेश्चन ते आपां चलदे हां क्वेश्चन की है जेकर एक रेखा दो समकेंद्री चक्रां जिन्हां दा केंद्र O है ਆਪਾਂ ਨੂੰ ਚੀਜ਼ ਮੈਂਸ਼ਨ ਕਰਤੀ 2 ਸਮਕੇਂਦਰੀ ਚੱਕਰ ਹੈ ਜਿਨ੍ਹਾਂ ਦਾ ਕੇਂਦਰ O ਹੈ ਨੂੰ A B C ਅਤੇ D ਤੇ ਕੱਟੇ ਤਾਂ ਸਿੱਧ ਕਰੋ AB ਬਰਾਬਰ CD ਡਾਇਗਰਾਮ ਜੋ ਦਿੱਤੀ ਹੋਈ ਹੈ ਆਪਾਂ ਨੂੰ ਇਸ ਅਕੋਰਡਿੰਗ ਆਪਾਂ ਨੂੰ ਇੱਕ ਡਾਇਗਰਾਮ ਦਿੱਤੀ ਹੋਈ ਹੈ A B C D ਆ ਡਾਇਗਰਾਮ ਹੈ ਇਹਨੂੰ ਹੱਲ ਕਰਨਾ ਹੈ ਕੇਂਦਰ ਆਪਾਂ ਨੂੰ ਦੇਤਾ ਤਾਂ ਆਪਾਂ ਇੱਥੇ ਕੀ ਕਰਾਂਗੇ ਦੇਖੋ ਕੀ ਦਿੱਤਾ ਹੈ ਸਭ ਤੋਂ ਪਹਿਲਾਂ
दो समकेंद्री चक्कर जिन्हां दा केंद्र ओ है नंबर 1। सिद्ध करना ए बी बराबर है सी डी। इत्थे आपां भी मैंशन कर सकते हैं, एक रेखा उन्होंने कटदी है, तुहाडी मर्जी है। हुण इत्थे आपां एक रचना करांगे, की करांगे, इत्थों आपां एक लंब खिंचांगे ते मैं तुहानूं ऑलरेडी दस्सिया होया जिहड़ी रचना है वो हमेशा दानेदार रेखा चो रचना ओ एल लंब। रेखा का पूरा नाम लिख रहे हैं आपां ए डी, क्योंकि जे पूरा लिख रहे हैं तो क्लीयर है वो हरेक दे उत्ते लंब होनी है। हल रिजल्ट की किया आपां, ਚੱਕਰ ਦੇ ਕੇਂਦਰ ਤੋਂ ਜੀਵਾ ਤੇ ਲੰਬ ਜੀਵਾ ਨੂੰ ਦੋ ਬਰਾਬਰ ਭਾਗਾਂ 'ਚ ਵੰਡਦਾ ਹੈ। ਇੱਥੇ ਇੱਕ ਟਰਮ ਲਿਖੀ ਹੈ ਮੈਂ ਸਮ ਕੇਂਦਰੀ ਚੱਕਰ। ਇਹ ਕੀ ਹੁੰਦੇ ਨੇ? ਸਭ ਤੋਂ ਪਹਿਲਾ ਕੁਐਸਚਨ ਹੋ ਜੋ ਹੱਲ। ਇਹ ਕੀ ਹੁੰਦੇ ਨੇ? ਸਮ ਦਾ ਮਤਲਬ ਬਰਾਬਰ, ਕੇਂਦਰੀ ਦਾ ਮਤਲਬ ਕੇਂਦਰ। ਤਾਂ ਕਹਿਣ ਦਾ ਮਤਲਬ ਉਹ ਚੱਕਰ ਜਿਨ੍ਹਾਂ ਦਾ ਕੇਂਦਰ ਇੱਕੋ ਹੋਵੇ। ਦੇਖੋ ਆਪਾਂ ਜੋ ਪ੍ਰਕਾਰ ਰੱਖਦੀ ਥੋੜੀ ਬਹੁਤ ਖੋਲਦੇ ਜਾਵਾਂਗੇ, प्रकार ਨੂੰ ਹੀ ਖੋਲਦੇ ਜਾਵਾਂਗੇ, ਆਪਾਂ ਉਰੋਂ ਨਹੀਂ ਹਿਲਾਵਾਂਗੇ, ਉਹ ਸਾਰੇ ਸਮ ਕੇਂਦਰੀ ਚੱਕਰ ਹੁੰਦੇ ਨੇ। ਤਾਂ ਉਹ ਚੱਕਰ ਜਿਨ੍ਹਾਂ ਦਾ ਜਿਹੜਾ ਕੇਂਦਰ ਹੈ ਸੇਮ ਹੋਵੇ ਉਹ ਸਮ ਕੇਂਦਰੀ ਚੱਕਰ ਹੁੰਦੇ ਨੇ। ਹੁਣ ਆਪਾਂ ਨੇ ਕੋਲ ਇੱਥੇ ਦੋ ਚੱਕਰ ਹੈ, ਅੰਦਰ ਵਾਲਾ ਛੋਟਾ ਕਹਿ ਸਕਦੇ ਹਾਂ, ਇੱਕ ਬਾਹਰਲਾ। ਮੈਂ ਦੋਹਾਂ ਨੂੰ ਅਲੱਗ-ਅਲੱਗ ਕਰ ਰਿਹਾ ਇੱਥੇ। ਇੱਕ ਸਪੋਜ਼ ਆ ਰਿਹਾ ਵੱਡੇ ਵਾਲਾ, ਇੱਕ ਛੋਟੇ ਵਾਲਾ। ਇਹ ਹੋ ਗਿਆ ਏਡੀ, ਠੀਕ ਹੋ ਗਿਆ। ਅਗਰ ਆਪਾਂ ਛੋਟੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਬਾਹਰਲੇ ਚੱਕਰ ਦੇ ਲਈ ਜਾਂ ਵੱਡੇ ਚੱਕਰ ਲਈ, ਬਾਹਰਲੇ ਚੱਕਰ ਲਈ OL ਲੰਬ AD ਕੇਂਦਰ ਤੋਂ ਜੀਵਾ ਤੇ ਲੰਬ ਜੀਵਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਇਹ ਹੋ ਗਿਆ ਪਹਿਲਾ ਰਿਜ਼ਲਟ, ਆ ਇਹਦੇ ਬਰਾਬਰ ਆ ਗਿਆ। ਹੁਣ ਅਗਰ ਆਪਾਂ ਦੂਜੇ ਰਿਜ਼ਲਟ 'ਚ ਗੱਲ ਕਰੀਏ, ਅੰਦਰਲੇ ਚੱਕਰ ਲਈ ਜਾਂ ਛੋਟੇ ਚੱਕਰ ਲਈ OL ਲੰਬ BC, ਤੇ ਜੇ ਲੰਬ ਹੈ ਤਾਂ ਇਹਨਾਂ ਦੋਹਾਂ ਨੂੰ ਵੀ ਕੀ ਕਰੂਗਾ, ਬਰਾਬਰ ਭਾਗਾਂ 'ਚ ਵੰਡੋ। ਤਾਂ ਆਪਣੇ ਕੋਲ ਕੀ ਆ ਗਿਆ, ਇਹਦੇ ਹਿਸਾਬ ਨਾਲ ਦੇਖੋ ਆ ਇਹਦੇ ਬਰਾਬਰ ਆ ਗਿਆ, ਇਹਦੇ ਹਿਸਾਬ ਨਾਲ ਆਹ ਇਹਦੇ ਬਰਾਬਰ ਆ ਗਿਆ। ਤੇ ਜਦੋਂ ਦੋਹਾਂ ਦਾ ਘਟਾ ਕਰ ਦਾਂਗੇ ਘਟਾਉਣ ਤੇ AL ਦੇ ਵਿੱਚੋਂ ਆਪਾਂ BL ਘਟਾਤਾ, LD ਦੇ ਵਿੱਚੋਂ ਆਪਾਂ LC ਘਟਾਤਾ, AL ਚੋਂ BL ਨੂੰ ਖਤਮ ਕਰਤਾ, ਪਿੱਛੇ ਕੀ ਬਚਿਆ AB, LD ਦੇ ਵਿੱਚੋਂ LC ਖਤਮ ਕਰਤਾ, ਪਿੱਛੇ ਕੀ ਬਚ ਗਿਆ CD। ਤਾਂ ਇਹ ਆਪਣਾ ਕੀ ਆ ਗਿਆ, ਰਿਜ਼ਲਟ ਆ ਗਿਆ। ਦੇਖੋ ਕੁਛ ਨਹੀਂ ਕੀਤਾ, ਸਿਰਫ ਰਿਜ਼ਲਟ ਨੂੰ ਯੂਜ਼ ਕੀਤਾ, ਆਪਾਂ ਥਿਓਰਮ ਨੂੰ ਦੇਖਿਆ। ਤਾਂ ਦੋਸਤੋ ਇਹ ਸੀ ਆਪਣਾ ਫਸਟ ਟੌਪਿਕ ਜਿਸ ਦੇ ਵਿੱਚ ਆਪਾਂ ਥਿਓਰਮਸ ਬਾਰੇ ਡਿਸਕਸ ਕੀਤਾ ਹੈ। ਤੇ ਇੱਕ ਕੁਝ ਥਿਓਰਮ ਦੇ ਆਪਾਂ ਰਿਜ਼ਲਟਸ ਉਸ ਨੂੰ ਕੁਐਸਚਨ 'ਚ ਕਿਵੇਂ ਯੂਜ਼ ਕਰਨਾ ਹੈ ਉਹ ਕੀਤਾ ਹੈ। ਥੈਂਕ ਯੂ।